ਸਤਿ ਸ਼੍ਰੀ ਅਕਾਲ टीवी पंजाब देख रहे सारे दर्शकों का स्वागत है। मैं हरसिमरत कौर। शुरुआत करते हैं खबरों के सिलसिले की, पर सब तो पहला नजर अज दी कुछ हैडलाइंस ते। यूक्रेन इंटरनेशनल फ्लाइट 752 ਦੇ ਕ੍ਰੈਸ਼ ਨੂੰ ਹੋਏ 3 ਸਾਲ। ਉੱਤਰੀ ਵੈਨਕੂਵਰ ਵਿੱਚ 5000 ਤੋਂ ਵੱਧ ਲੋਕਾਂ ਨੇ ਕੱਢੀ ਰੈਲੀ। ਰੱਖਿਆ ਮੰਤਰੀ ਵੱਲੋਂ ਵੱਡਾ ਐਲਾਨ, ਕੈਨੇਡਾ ਖਰੀਦ ਰਿਹਾ F-35 ਲੜਾਕੂ ਜਹਾਜ਼। PNP ਦੀ ਅਰਜ਼ੀ ਦੇਣ ਲਈ ਸੱਦੇ ਹੋਏ ਪੇਸ਼, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਕੀਤੇ ਜਾਰੀ। ਮੌਂਟਰੀਅਲ ਵਿੱਚ ਭਿਆਨਕ ਹਾਦਸੇ ਕਾਰਨ ਇੱਕ ਦੀ ਹੋਈ ਮੌਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ। ਗੁਰਦੁਆਰੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੀਤੀ ਗਈ ਮਦਦ, 100 ਤੋਂ ਵੱਧ ਵਿਦਿਆਰਥੀਆਂ ਨੂੰ ਐਮਰਜੈਂਸੀ ਰਿਹਾਇਸ਼ ਕੀਤਾ ਪ੍ਰਦਾਨ। रुक करदे हां पहली खबर दा। सरी विच RCMP ਵੱਲੋਂ ਇੱਕ ਹੋਮਿਸਾਈਡ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਜੀ ਹਾਂ, ਦੁਪਹਿਰ ਨੂੰ ਸਰੀ ਵਿੱਚ 112 ਐਵਨਿਊ ਵਿੱਚ ਇੱਕ ਘਰ ਦੇ ਅੰਦਰ 3 ਵਿਅਕਤੀ ਮ੍ਰਿਤਕ ਪਾਏ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਦੇ ਸੀ ਉਹ ਤਿੰਨੇ ਲੋਕ ਅਤੇ ਹੋਰ ਕੋਈ ਨਹੀਂ ਰਹਿੰਦਾ ਸੀ। ਦੇਖੋ ਇਹ ਖਾਸ ਰਿਪੋਰਟ। ਸਰੀ ਫਰੇਜ਼ਰ ਹਾਈਟਸ ਦੇ ਖੇਤਰ ਵਿੱਚ 3 ਮ੍ਰਿਤਕ ਵਿਅਕਤੀ ਘਰ ਦੇ ਅੰਦਰ ਮ੍ਰਿਤਕ ਪਾਏ ਗਏ ਨੇ। ਅੱਜ ਦੁਪਹਿਰ 12 ਵਜੇ ਤੋਂ ਥੋੜੀ ਦੇਰ ਬਾਅਦ ਹੀ ਸਰੀ RCMP ਨੇ 112 ਐਵਨਿਊ ਦੇ 156 ਬਲਾਕ ਵਿੱਚ ਇੱਕ ਅਚੰਭ ਕਰਨ ਵਾਲੀ ਸਥਿਤੀ ਅਨੁਭਵ ਕੀਤੀ। ਪਹੁੰਚਣ ਉੱਤੇ ਅਧਿਕਾਰੀਆਂ ਨੇ ਘਰ ਦੇ ਅੰਦਰ 3 ਮ੍ਰਿਤਕ ਵਿਅਕਤੀਆਂ ਨੂੰ ਲੱਭਿਆ, ਜਿਨ੍ਹਾਂ ਨੂੰ ਇੱਕੋ ਪਰਿਵਾਰ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਘਰ ਵਿੱਚੋਂ ਹੋਰ ਕੋਈ ਵਿਅਕਤੀ ਨਹੀਂ ਰਹਿੰਦਾ ਸੀ। ਮੌਕੇ ਉੱਤੇ ਏਕੀਕ੍ਰਿਤ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਉਹ ਸਰੀ RCMP ਨਾਲ ਸਾਂਝੇਦਾਰੀ ਵਿੱਚ ਕੰਮ ਕਰੇਗੀ। ਪੁਲਿਸ ਇਸ ਵੇਲੇ ਸਬੂਤ ਇਕੱਠੇ ਕਰਨ ਦੇ ਪੜਾਅ ਵਿੱਚ ਹੈ। ਹਾਲਾਂਕਿ ਇਹ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਕੁਝ ਪਤਾ ਲੱਗਦਾ ਹੈ ਤੇ ਤੁਰੰਤ ਹੀ IHIT ਦੀ ਸੂਚਨਾ ਲਾਈਨ ਜਾਂ ਫਿਰ ਉਹਨਾਂ ਦੀ ਈਮੇਲ ਰਾਹੀਂ ਉਹਨਾਂ ਨੂੰ ਦੱਸਿਆ ਜਾਵੇ। ਉੱਥੇ ਯੂਕਰੇਨ ਇੰਟਰਨੈਸ਼ਨਲ 에ਅਰਲਾਈਨਸ ਦੀ ਫਲਾਈਟ PS 752 ਦੇ ਕ੍ਰੈਸ਼ ਨੂੰ 3 ਸਾਲ ਪੂਰੇ ਹੋ ਗਏ ਨੇ, ਜਿਸ ਨੂੰ ਲੈ ਕੇ ਨਾਰਥ ਵੈਨਕੂਵਰ ਵਿੱਚ 5000 ਤੋਂ ਵੱਧ ਲੋਕਾਂ ਨੇ ਰੈਲੀ ਕੱਢੀ। ਰੈਲੀ ਦੇ 2 ਵੱਡੇ ਟੀਚੇ ਸਨ, ਇੱਕ ਪੀੜਤ ਪਰਿਵਾਰਾਂ ਨੂੰ ਇਕਜੁੱਟ ਕਰਨਾ ਅਤੇ ਦੂਜਾ ਰਲ ਕੇ ਨਿਆਂ ਦੀ ਮੰਗ ਕਰਨਾ। ਰੈਲੀ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਵੀ ਮੌਜੂਦ ਸਨ ਤੇ ਉੱਥੇ ਹੀ ਟਰੂਡੋ ਨੇ ਵੀ ਇਸ ਘਟਨਾ ਨੂੰ ਲੈ ਕੇ ਆਪਣਾ ਦੁੱਖ ਪ੍ਰਗਟਾਇਆ। ਯੂਕਰੇਨ ਇੰਟਰਨੈਸ਼ਨਲ 에ਅਰਲਾਈਨਸ ਫਲਾਈਟ 752 ਦੇ ਕ੍ਰੈਸ਼ ਨੂੰ 3 ਸਾਲ ਪੂਰੇ ਹੋਏ ਨੇ, ਜਿਸ ਕਾਰਨ ਉੱਤਰੀ ਵੈਨਕੂਵਰ BC ਵਿੱਚ ਇੱਕ ਰੈਲੀ ਕੀਤੀ ਗਈ ਸੀ। ਫਲਾਈਟ PS 752 ਦੇ ਪਰਿਵਾਰਾਂ ਦੀ ਐਸੋਸੀਏਸ਼ਨ ਨੇ ਐਤਵਾਰ ਨੂੰ ਵਿਸ਼ਵ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਰੈਲੀਆਂ ਦੇ ਨਾਲ ਇੱਕ ਗਲੋਬਲ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਉੱਤਰੀ ਵੈਨਕੂਵਰ ਵਿੱਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ ਅਤੇ ਸਮੂਹ ਦੇ ਉਦੇਸ਼ ਲਈ ਆਪਣਾ ਸਮਰਥਨ ਦਿਖਾਇਆ। ਐਸੋਸੀਏਸ਼ਨ ਨੇ ਕਿਹਾ ਕਿ ਇਸ ਦਾ ਮਿਸ਼ਨ ਪੀੜਤ ਪਰਿਵਾਰਾਂ ਨੂੰ ਇਕਜੁੱਟ ਕਰਨਾ ਅਤੇ ਨਿਆਂ ਦੀ ਮੰਗ ਕਰਨਾ ਹੈ। ਰੇਮਾਰਜੈਂਟ ਪਾਰਕ ਵਿਖੇ ਇੱਕ ਬਰਸਾਤੀ ਐਤਵਾਰ ਨੂੰ ਭੀੜ ਇਕੱਠੀ ਹੋਈ ਅਤੇ ਲੌਂਸਡੇਲ ਐਵਨਿਊ ਤੋਂ ਸ਼ਿਪ ਬੁਲੇਵਾਰਡ ਤੱਕ ਮਾਰਚ ਕੀਤਾ ਗਿਆ, ਜਿੱਥੇ ਇੱਕ ਮੁੱਖ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਆਯੋਜਕਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਉੱਤਰੀ ਵੈਨਕੂਵਰ ਰੈਲੀ ਵਿੱਚ ਐਤਵਾਰ ਦੁਪਹਿਰ ਨੂੰ 5000 ਤੋਂ ਵੀ ਵੱਧ ਲੋਕ ਮੌਜੂਦ ਸਨ। BC ਪ੍ਰੀਮੀਅਰ ਡੇਵਿਡ ਐਬੀ ਵੀ ਉੱਥੇ ਮੌਜੂਦ ਸੀਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਕੱਠੇ ਹੋਏ ਲੋਕਾਂ ਦੀ ਗਿਣਤੀ ਉਹ ਦੇਖ ਸਕਦੇ ਨੇ ਤੇ ਨਾਲੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਡੂੰਘਾਈ ਨਾਲ ਚਿੰਤਿਤ ਹਨ, ਨਾ ਸਿਰਫ ਫਲਾਈਟ 752 ਦੀ ਡਾਊਨਿੰਗ ਅਤੇ ਪਰਿਵਾਰ ਦੇ ਅਣਉੱਤਰ ਸਵਾਲਾਂ ਨਾਲ, ਬਲਕਿ ਇਹ ਵੀ ਕਿ ਇਸ ਸਮੇਂ ਈਰਾਨ ਦੀਆਂ ਗਲੀਆਂ ਵਿੱਚ ਆਖਿਰ ਹੋ ਕੀ ਰਿਹਾ ਹੈ। ਐਬੀ ਨੇ ਐਤਵਾਰ ਦੁਪਹਿਰ ਨੂੰ ਇੱਕ ਵਿਸ਼ੇਸ਼ ਘੋਸ਼ਣਾ ਕੀਤੀ। BC ਸਰਕਾਰ ਸਿਟੀ ਆਫ ਨਾਰਥ ਵੈਨਕੂਵਰ ਦੇ ਨਾਲ ਫਲਾਈਟ 752 ਦੇ ਪੀੜਤਾਂ ਦੇ ਸਨਮਾਨ ਵਿੱਚ ਇੱਕ ਸਮਾਰਕ ਬਣਾਉਣ ਲਈ ਉਹਨਾਂ ਨੇ $1 ਲੱਖ ਦੇਣ ਦਾ ਵਾਅਦਾ ਕੀਤਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਪਰਿਵਾਰਾਂ ਲਈ ਲੰਬੇ ਸਮੇਂ ਤੋਂ ਨਿਆਂ ਦਾ ਵਾਅਦਾ ਕੀਤਾ ਹੈ, ਜਿਨ੍ਹਾਂ ਦੇ ਅਜ਼ੀਜ਼ 3 ਸਾਲ ਪਹਿਲਾਂ ਈਰਾਨ ਦੀ ਫੌਜ ਦੁਆਰਾ ਯੂਕਰੇਨ ਇੰਟਰਨੈਸ਼ਨਲ 에ਅਰਲਾਈਨਸ ਦੀ ਫਲਾਈਟ PS 752 ਨੂੰ ਕ੍ਰੈਸ਼ ਵਿੱਚ ਮਾਰੇ ਗਏ ਸਨ। ਟਰੂਡੋ ਨੇ ਐਤਵਾਰ ਦੁਪਹਿਰ ਨੂੰ ਨਿਊਯਾਰਕ ਦੇ ਮੈਰੀਡੀਅਨ ਆਰਟਿਸਟ ਸੈਂਟਰ ਵਿੱਚ ਨਿੱਜੀ ਸਮਾਰੋਹ ਦੌਰਾਨ ਇਹ ਵਾਅਦਾ ਕੀਤਾ ਕਿ 3 ਸਾਲ ਪੂਰੇ ਹੁੰਦਿਆਂ ਕੈਨੇਡਾ ਦੇ 12 ਸ਼ਹਿਰਾਂ ਸਮੇਤ ਦੁਨੀਆ ਭਰ ਵਿੱਚ 85 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਾਰੇ ਗਏ 176 ਲੋਕਾਂ ਵਿੱਚ 55 ਕੈਨੇਡੀਅਨ ਨਾਗਰਿਕ ਅਤੇ 30 ਸਥਾਈ ਨਿਵਾਸੀ ਵੀ ਸਨ। ਇਹ ਦੁਖਾਂਤ ਈਰਾਨੀ ਸ਼ਾਸਨ ਦੁਆਰਾ ਮਨੁੱਖੀ ਜੀਵਨ ਪ੍ਰਤੀ ਕੋਰ ਅਣਦੇਖੀ ਕਾਰਨ ਵਾਪਰਿਆ।
ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਈਰਾਨ ਨੂੰ ਉਸ ਦੀ ਫਲਾਈਟ PS 752 ਦੇ ਗੰਭੀਰ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕ੍ਰੈਸ਼ ਕਰਵਾਉਣ ਲਈ ਜਵਾਬਦੇਹ ਠਹਿਰਾਉਣ ਲਈ ਠੋਸ ਕਾਰਵਾਈ ਕਰ ਰਹੀ ਹੈ। Your grief has been compounded by their refusal to be held accountable. Nothing will ever bring your loved ones back. But when you lose someone so senselessly, finding justice is a part of mourning. It was a reminder that the downing of PS 752 is not just a Canadian tragedy, although we have mourned it across this country as a Canadian tragedy. The people around the world, yes, of course, in Iran, but also in countries far and wide, where this extraordinary community has not just set down roots, but contributed to the societies and the communities in which they contribute. If the Iranian regime does not comply within 6 months with this binding arbitration, we will take the next steps and move to the International Court. ਉੱਥੇ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਹੈ ਕਿ ਕੈਨੇਡਾ F-35 ਲੜਾਕੂ ਜਹਾਜ਼ ਖਰੀਦ ਰਿਹਾ ਹੈ। ਇਹ ਲੜਾਕੂ ਜਹਾਜ਼ ਪੁਰਾਣੇ CF-18 ਫਲੀਟ ਨੂੰ ਬਦਲਣ ਲਈ ਖਰੀਦਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ, ਹਾਲ ਹੀ ਵਿੱਚ ਕੁਝ ਲੋਕਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ, ਕਿਉਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਲੜਾਕੂ ਜਹਾਜ਼ ਦੀ ਹਲੇ ਲੋੜ ਨਹੀਂ ਹੈ ਅਤੇ ਇਹ ਵਾਤਾਵਰਣ ਲਈ ਵੀ ਮਾੜਾ ਹੈ। ਉੱਥੇ ਹੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡਾ ਨੂੰ F-35 ਦੀ ਬਹੁਤ ਜ਼ਿਆਦਾ ਲੋੜ ਹੈ। ਹੋਰ ਕੀ ਕਹਿਣਾ ਹੈ ਰੱਖਿਆ ਮੰਤਰੀ ਦਾ, ਦੇਖੋ ਇਸ ਰਿਪੋਰਟ ਵਿੱਚ। ਕੈਨੇਡਾ ਅਧਿਕਾਰਤ ਤੌਰ ਉੱਤੇ F-35 ਲੜਾਕੂ ਜਹਾਜ਼ ਖਰੀਦ ਰਿਹਾ, ਜਿਸ ਨਾਲ ਪੁਰਾਣੇ CF-18 ਫਲੀਟ ਨੂੰ ਬਦਲਣ ਲਈ ਸਾਲਾਂ ਤੋਂ ਚੱਲੀ ਖੋਜ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿੱਥੇ ਇਹ ਪਹਿਲੀ ਵਾਰ ਸ਼ੁਰੂ ਹੋਇਆ ਸੀ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਨੇ $19 ਬਿਲੀਅਨ ਦੀ ਅੰਦਾਜ਼ਨ ਲਾਗਤ ਉੱਤੇ 88 ਜਹਾਜ਼ ਖਰੀਦਣ ਲਈ ਸੰਯੁਕਤ ਰਾਜ ਅਮਰੀਕਾ ਅਤੇ F-35 ਨਿਰਮਾਤਾ ਲਾਕਹੀਡ ਮਾਰਟਿਨ ਨਾਲ ਸਮਝੌਤਾ ਕੀਤਾ ਹੈ। ਰਸਮੀ ਘੋਸ਼ਣਾ ਤੋਂ ਪਹਿਲਾਂ ਇੱਕ ਤਕਨੀਕੀ ਬਰੀਫਿੰਗ ਵਿੱਚ ਅਧਿਕਾਰੀਆਂ ਨੇ ਅਗਲੇ ਕੁਝ ਦਹਾਕਿਆਂ ਵਿੱਚ ਲੜਾਕੂ ਜਹਾਜ਼ਾਂ ਦੀ ਮਾਲਕੀ ਅਤੇ ਸੰਚਾਲਨ ਦੀ ਪੂਰੀ ਲਾਗਤ $70 ਬਿਲੀਅਨ ਦੇ ਹਿਸਾਬ ਨਾਲ ਰੱਖੀ। ਅਨੀਤਾ ਆਨੰਦ ਨੇ ਕਿਹਾ, F-35 ਐਡਵਾਂਸ ਲੜਾਕੂ ਜਹਾਜ਼ਾਂ ਦਾ ਫਲੀਟ ਹੈ ਯਕੀਨੀ ਬਣਾਏਗਾ ਕਿ ਸਾਡੇ ਐਵੀਏਟਰਾਂ ਕੋਲ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਹਵਾਈ ਖੇਤਰ ਦੀ ਰੱਖਿਆ ਕਰਨ ਦੀ ਲੰਬੀ ਮਿਆਦ ਦੀ ਸਮਰੱਥਾ ਹੈ। ਇਹ ਲੜਾਕੂ ਜਹਾਜ਼ ਨੋਰਾਡ ਅਤੇ ਨਾਟੋ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਅਤੇ ਇਹ ਦੇਸ਼ ਨੂੰ ਠੋਸ ਆਰਥਿਕ ਲਾਭ ਵੀ ਪ੍ਰਦਾਨ ਕਰੇਗਾ। ਆਨੰਦ ਨੇ ਇਹ ਵੀ ਕਿਹਾ ਕਿ ਕੈਨੇਡਾ 16 F-35 ਦਾ ਇੱਕ ਸ਼ੁਰੂਆਤੀ ਸੈੱਟ ਖਰੀਦ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਆਰਡਰ ਦਿੱਤੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਇਹ ਜਹਾਜ਼ 2026 ਵਿੱਚ ਡਿਲੀਵਰ ਕੀਤਾ ਜਾਣਾ ਤੈਅ ਹੈ ਅਤੇ ਪੂਰਾ ਬੇੜਾ 2032 ਅਤੇ 2034 ਦੇ ਵਿਚਕਾਰ ਸੰਚਾਲਨ ਸਮਰੱਥਾ ਤੱਕ ਪਹੁੰਚਣ ਦੀ ਉਮੀਦ ਹੈ। F-35 ਐਡਵਾਂਸ ਲੜਾਕੂ ਜਹਾਜ਼ ਫਲੀਟ ਹੈ ਜੋ ਸੁਨਿਸ਼ਚਿਤ ਕਰੇਗਾ ਕਿ ਐਲੀਵੇਟਰਾਂ ਕੋਲ ਦੂਜੇ ਜਹਾਜ਼ਾਂ ਦੀ ਰੱਖਿਆ ਕਰਨ ਦੀ ਲੰਬੀ ਮਿਆਦ ਦੀ ਸਮਰੱਥਾ ਵੀ ਹੈ। ਇੱਕ ਬਿਆਨ ਵਿੱਚ ਲਾਕਹੀਡ ਮਾਰਟਿਨ ਕੈਨੇਡਾ ਦੇ ਮੁੱਖ ਰਾਜਕਾਰੀ ਲੌਰੇਨ ਬੇਨ ਨੇ ਕਿਹਾ ਕਿ ਕੰਪਨੀ ਨੂੰ ਇਸ ਪ੍ਰੋਜੈਕਟ ਲਈ ਚੁਣੇ ਜਾਣ ਲਈ ਸਨਮਾਨਿਤ ਕੀਤਾ ਹੈ। F-35 ਪ੍ਰੋਗਰਾਮ ਕੈਨੇਡਾ ਦੇ ਐਰੋਸਪੇਸ ਅਤੇ ਰੱਖਿਆ ਉਦਯੋਗ ਲਈ ਬਹੁਤ ਆਰਥਿਕ ਲਾਭ ਪੈਦਾ ਕਰਦਾ ਹੈ ਅਤੇ ਉਹ ਨਿਰੰਤਰ ਵਿਕਾਸ ਦੀ ਉਮੀਦ ਵੀ ਕਰਦੇ ਨੇ। ਇਹ ਵੀ ਕਿਹਾ ਗਿਆ ਹੈ ਕਿ ਉਹ ਲੰਮੇ ਸਮੇਂ ਲਈ ਫਲੀਟ ਬਦਲਣ ਲਈ ਇੱਕ ਪੁੱਲ ਵਜੋਂ ਆਸਟ੍ਰੇਲੀਆ ਤੋਂ ਉਸੇ ਮਾਡਲ ਦੇ 25 ਵਰਤੇ ਗਏ ਜੈਟ ਖਰੀਦੇਗੀ, ਪਰ ਕੈਨੇਡੀਅਨ ਫੌਜ ਉੱਤੇ ਵਧੀਆਂ ਮੰਗਾਂ ਦੇ ਨਾਲ 20 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਪ੍ਰਕਿਰਿਆ ਵਿੱਚ ਖਰੀਦ ਨੂੰ ਤੇਜ਼ ਕਰਨ ਲਈ ਸਰਕਾਰ ਉੱਤੇ ਦਬਾਅ ਵੱਧਦਾ ਜਾ ਰਿਹਾ ਹੈ। F-35 ਲੜਾਕੂ ਜੈਟ ਅਮਰੀਕਾ ਸਰਕਾਰ ਦੇ ਸਹਿਯੋਗ ਨਾਲ ਲਾਕਹੀਡ ਮਾਰਟਿਨ, ਇੱਕ ਅਮਰੀਕੀ ਐਰੋਸਪੇਸ ਫਰਮ ਦੁਆਰਾ ਚਲਾਏ ਜਾ ਰਹੇ ਜੁਆਇੰਟ ਸਟ੍ਰਾਈਕ ਫਾਈਟਰ ਪ੍ਰੋਗਰਾਮ ਦੇ ਰੂਪ ਵਿੱਚ ਜਾਣਿਆ ਜਾਣ ਵਾਲਾ ਉਤਪਾਦ ਹੈ। ਇਹ ਪ੍ਰੋਗਰਾਮ
ਅਮਰੀਕਾ ਦੇ ਰੱਖਿਆ ਵਿਭਾਗ ਦੁਆਰਾ ਅਮਰੀਕੀ ਫੌਜ ਦੇ ਨਾਲ-ਨਾਲ ਸਹਿਯੋਗੀ ਦੇਸ਼ਾਂ ਵਿੱਚ ਵਰਤੇ ਜਾਂਦੇ ਲੜਾਕੂ ਜਹਾਜ਼ਾਂ ਨੂੰ ਬਣਾਉਣ ਅਤੇ ਬਦਲਣ ਲਈ ਇੱਕ ਪਹਿਲਕਦਮੀ ਹੈ ਜੋ ਅਮਰੀਕਾ ਦੇ ਨਾਲ ਨੇੜਿਓਂ ਕੰਮ ਕਰਦੇ ਹਨ। ਪ੍ਰੋਗਰਾਮ ਦੁਆਰਾ ਕੈਨੇਡਾ ਅਤੇ ਹੋਰ ਸਹਿਯੋਗੀ ਦੇਸ਼ ਇਸ ਵਿੱਚ ਯੋਗਦਾਨ ਪਾ ਰਹੇ ਨੇ। The reality is that our obligations from a defense perspective rest with not only continental defense and NORAD, but also with our NATO alliance. And in fact, we are seeing our contributions to NATO as being important as we speak with regards to the war in Ukraine and the defense of NATO airspace that our RCAF are participating in, for example, air exercises in Romania, air exercises that are occurring with the United States in Canada's north. We are continually ensuring, as from a defense perspective, that we are living up to our obligations. And the 88 new fighter jets that we are going to be procuring and putting in place for the RCAF and the Canadian Armed Forces generally are going to contribute to our multilateral alliances, both here on the North American continent and in terms of our broader NATO capabilities. ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਨੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਯਾਨੀ ਕਿ PNP ਡਰਾ ਦੀ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਪੱਤਰ ਜਾਰੀ ਕੀਤਾ ਹੈ। PNP ਪ੍ਰਤੀ ਸਾਲ 1,05,000 ਪੀਆਰ ਦਾਖਲਿਆਂ ਲਈ ਖਾਤਾ ਖੋਲ੍ਹਦਾ ਹੈ। ਕੀ ਹੈ ਖਾਸ, ਦੇਖੋ ਇਸ ਰਿਪੋਰਟ ਵਿੱਚ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ PNP ਡਰਾ ਦੇ ਉਹਨਾਂ ਦੇ ਸਭ ਤੋਂ ਤਾਜ਼ਾ ਦੌਰ ਦੁਆਰਾ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਪੱਤਰ ਜਾਰੀ ਕੀਤੇ ਨੇ। ਬਹੁਤੇ ਕੈਨੇਡੀਅਨ ਸੂਬੇ ਅਤੇ ਪ੍ਰਦੇਸ਼ ਆਪਣੇ PNP ਆਪ ਚਲਾਉਂਦੇ ਹਨ। ਇਹਨਾਂ ਪ੍ਰੋਗਰਾਮਾਂ ਰਾਹੀਂ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਸੂਬਾਈ ਨਾਮਜ਼ਦਗੀ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾ ਸਕਦਾ ਹੈ। ਸੂਬਾਈ ਨਾਮਜ਼ਦਗੀ ਪ੍ਰਾਪਤ ਕਰਨਾ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਲਾਭਦਾਇਕ ਹੋ ਸਕਦਾ ਹੈ। ਕਿਊਬੈਕ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਪ੍ਰਬੰਧ ਸੂਬੇ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਤੋਂ ਵੱਖਰੇ ਹਨ। ਕਿਊਬੈਕ ਇਕਲੌਤਾ ਅਜਿਹਾ ਸੂਬਾ ਹੈ ਜਿਸ ਦਾ ਸਾਰੇ ਆਰਥਿਕ ਵਰਗ ਦੇ ਪ੍ਰਵਾਸੀਆਂ ਉੱਤੇ ਕੰਟਰੋਲ ਹੈ। ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪ੍ਰਤੀ ਸਾਲ 1,05,000 ਪੀਆਰ ਦਾਖਲਿਆਂ ਲਈ ਖਾਤਾ ਖੋਲ੍ਹਦਾ ਹੈ। ਇਹ 1998 ਵਿੱਚ ਸ਼ੁਰੂ ਹੋਇਆ ਸੀ ਅਤੇ PNP ਦਾਖਲਿਆਂ ਦੀ ਸਾਲਾਨਾ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ। ਫੈਡਰਲ ਅਤੇ ਸੂਬਾਈ ਸਰਕਾਰਾਂ ਇਸ ਨੂੰ ਸ਼ਹਿਰੀ ਕੇਂਦਰਾਂ ਤੋਂ ਬਾਹਰ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਮੰਨਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਨੇ 4 ਜਨਵਰੀ ਨੂੰ ਇੱਕ ਆਮ ਡਰਾ ਵਿੱਚ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ 160 ਤੋਂ ਵੱਧ ਸੱਦੇ ਜਾਰੀ ਕੀਤੇ ਸੀ। ਹੁਨਰਮੰਦ ਵਰਕਰ ਅਤੇ ਅੰਤਰਰਾਸ਼ਟਰੀ ਗ੍ਰੈਜੂਏਟ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਸੱਦਾ ਜਾਰੀ ਕੀਤੇ ਗਏ ਸਨ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ, ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਉਮੀਦਵਾਰ ਵੀ ਸ਼ਾਮਲ ਸਨ। ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਦੇ ਉਮੀਦਵਾਰਾਂ ਲਈ ਘੱਟੋ-ਘੱਟ SIRS ਸਕੋਰ 105 ਦੀ ਲੋੜ ਹੁੰਦੀ ਹੈ ਤੇ ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਉਮੀਦਵਾਰਾਂ ਲਈ 80 ਤੋਂ ਉੱਤੇ ਦਾ ਸਕੋਰ ਲਿਆਉਣਾ ਜ਼ਰੂਰੀ ਹੁੰਦਾ ਹੈ। SIRS ਐਕਸਪ੍ਰੈਸ ਐਂਟਰੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਯਾਨੀ CRS ਵਾਂਗ ਕੰਮ ਕਰਦਾ ਹੈ, ਪਰ ਇਹ ਸਿਰਫ ਬ੍ਰਿਟਿਸ਼ ਕੋਲੰਬੀਆ ਲਈ ਹੀ ਵਰਤਿਆ ਜਾਂਦਾ ਹੈ। PNP ਮੈਨੀਟੋਬਾ ਨੇ 29 ਦਸੰਬਰ ਨੂੰ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਰਾਹੀਂ 280 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ। ਸੱਦਾ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਆਪਣੇ ਪ੍ਰੋਗਰਾਮ ਲਈ ਵਿਸ਼ੇਸ਼ ਮਾਪਦੰਡਾਂ ਦੀ ਇੱਕ ਆਧਾਰ ਲਾਈਨ ਨੂੰ ਪੂਰਾ ਕਰਨਾ ਲਾਜ਼ਮੀ ਹੈ। ਪ੍ਰੋਵਿੰਸ NOC 2016 ਦੇ ਤਹਿਤ 16 ਨਵੰਬਰ ਤੋਂ ਪਹਿਲਾਂ ਪ੍ਰਾਪਤ ਹੋਏ ਸਾਰੇ
ਐਕਸਪ੍ਰੈਸ਼ਨ ਆਫ ਇੰਟਰਸਟ EOI ਉੱਤੇ ਕਾਰਵਾਈ ਕਰਨਾ ਜਾਰੀ ਰੱਖੇਗਾ। 16 ਦਸੰਬਰ ਨੂੰ ਜਾਂ ਇਸ ਤੋਂ ਬਾਅਦ ਪ੍ਰਾਪਤ ਹੋਏ ਕਿਸੇ ਵੀ EOI ਦਾ ਮੁਲਾਂਕਣ 9/2021 ਦੇ ਤਹਿਤ ਕੀਤਾ ਜਾਵੇਗਾ। ਉਥੇ ਕੈਨੇਡਾ ਵਿੱਚ ਸਥਿਤ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ UAP ਦੀਆਂ ਧਾਰਾਵਾਂ ਦੇ ਤਹਿਤ ਅਤਵਾਦੀ ਵਜੋਂ ਨਾਮਜ਼ਦ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ, ਅਰਸ਼ਦੀਪ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਸੀ, ਜਿਹਦੇ ਬਾਅਦ ਹੁਣ ਉਸ ਨੂੰ ਭਾਰਤੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਤਵਾਦੀ ਵਜੋਂ ਨਾਮਜ਼ਦ ਕਰ ਦਿੱਤਾ ਗਿਆ। ਕੇਂਦਰੀ ਗ੍ਰਹਿ ਮੰਤਰਾਲੇ MHA ਨੇ ਕੈਨੇਡਾ ਆਧਾਰਿਤ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ UAP ਦੀਆਂ ਧਾਰਾਵਾਂ ਦੇ ਤਹਿਤ ਵਿਅਕਤੀਗਤ ਅਤਵਾਦੀ ਵਜੋਂ ਨਾਮਜ਼ਦ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। UAP ਵਿੱਚ ਉਸ ਦੀ ਕਥਿਤ ਤੌਰ ਉੱਤੇ ਟਾਰਗੇਟਡ ਕਿਲਿੰਗ, ਅਤਵਾਦੀ ਫੰਡਿੰਗ ਅਤੇ ਪੰਜਾਬ ਵਿੱਚ ਜਬਰੀ ਵਸੂਲੀ ਦੇ ਕੇਸ ਦਰਜ ਕੀਤੇ ਗਏ ਨੇ। MHA ਨੇ ਨੋਟੀਫਿਕੇਸ਼ਨ ਵਿੱਚ ਦੋਸ਼ ਲਾਇਆ ਹੈ ਕਿ ਲੁਧਿਆਣਾ ਵਿੱਚ ਪੈਦਾ ਹੋਇਆ ਗਿੱਲ ਉਰਫ ਅਰਸ਼ ਡੱਲਾ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ, ਵੱਡੇ ਪੱਧਰ ਉੱਤੇ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਿਲ ਹੈ ਤੇ ਨਾਲ ਹੀ ਉਹ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਯਾਨੀ KTF ਨਾਲ ਜੁੜਿਆ ਹੋਇਆ ਹੈ ਅਤੇ ਇੱਕ ਅਤਵਾਦੀ ਹਰਦੀਪ ਸਿੰਘ ਨਿੱਜਰ ਦੀ ਤਰਫੋਂ ਅਤਵਾਦੀ ਮੋਡਿਊਲ ਚਲਾਉਂਦਾ ਹੈ। ਗਿੱਲ ਇੱਕ ਹਫ਼ਤੇ ਦੇ ਅੰਦਰ ਅਤਵਾਦੀ ਵਜੋਂ ਨਾਮਜ਼ਦ ਹੋਣ ਵਾਲਾ 5ਵਾਂ ਵਿਅਕਤੀ ਹੈ, ਕਿਉਂਕਿ ਅਜਿਹੇ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ 50 ਤੋਂ ਵੀ ਵੱਧ ਹੋ ਚਲੀ ਹੈ। ਗਿੱਲ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੁਆਰਾ ਦਰਜ ਅਤੇ ਜਾਂਚ ਕੀਤੇ ਗਏ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਹੈ, ਜਿਸ ਵਿੱਚ ਟਾਰਗੇਟਡ ਕਿਲਿੰਗ, ਦਹਿਸ਼ਤ ਫੰਡਿੰਗ ਲਈ ਪੈਸਾ ਇਕੱਠਾ ਕਰਨਾ, ਕਤਲ ਦੀ ਕੋਸ਼ਿਸ਼, ਫਿਰਕੂ ਮਤਭਾਵਾਂ ਨੂੰ ਭੰਗ ਕਰਨਾ ਅਤੇ ਪੰਜਾਬ ਵਿੱਚ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਫੈਲਾਉਣਾ ਵੀ ਸ਼ਾਮਿਲ ਹੈ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਗਿੱਲ ਅਤਵਾਦ ਵਿੱਚ ਸ਼ਾਮਿਲ ਹੈ ਅਤੇ ਇਸ ਲਈ ਐਕਟ ਦੀ ਧਾਰਾ 35 ਦੀ ਉਪ ਧਾਰਾ 1 ਦੀ ਧਾਰਾ ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ 1967 ਦੇ ਤਹਿਤ ਇੱਕ ਅਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉੱਥੇ ਨਾਰਥ ਮੌਂਟਰੀਅਲ ਵਿੱਚ ਇੱਕ ਭਿਆਨਕ ਹਾਦਸੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ 4:30 ਵਜੇ ਵਾਪਰੀ, ਜਿੱਥੇ ਉਹਦੀ SUV ਇੱਕ ਦਰਖਤ ਨਾਲ ਟਕਰਾ ਗਈ ਅਤੇ ਟਕਰਾਉਣ ਤੋਂ ਬਾਅਦ ਉਹਦੀ ਗੱਡੀ ਵਿੱਚ ਅੱਗ ਲੱਗ ਗਈ ਸੀ, ਜਿਹਨੂੰ ਫਾਇਰ ਫਾਈਟਰਸ ਵੱਲੋਂ ਕਾਬੂ ਪਾ ਲਿਆ ਗਿਆ ਸੀ, ਪਰ ਉਹ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹਲੇ ਜਾਰੀ ਹੈ ਕਿ ਆਖਿਰ ਗੱਡੀ ਵਿੱਚ ਦਿੱਕਤ ਸੀ ਜਾਂ ਫਿਰ ਉਹ ਵਿਅਕਤੀ ਡਰਿੰਕ ਐਂਡ ਡਰਾਈਵ ਕਰ ਰਿਹਾ ਸੀ। ਨਾਰਥ ਮੌਂਟਰੀਅਲ ਵਿੱਚ ਸੋਮਵਾਰ ਸਵੇਰੇ ਇੱਕ ਵਿਅਕਤੀ ਦੀ ਆਪਣੀ ਗੱਡੀ ਇੱਕ ਦਰਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਮੌਂਟਰੀਅਲ ਪੁਲਿਸ ਨੇ ਦੱਸਿਆ ਹੈ ਕਿ ਰੌਕਲੈਂਡ ਅਤੇ ਲੇਜ਼ਰ ਬੁਲੇਵਾਰਡ ਦੇ ਨੇੜੇ ਸਵੇਰੇ 4:30 ਵਜੇ ਵਿਅਕਤੀ ਨੇ ਆਪਣੇ SUV ਦਾ ਕੰਟਰੋਲ ਗਵਾ ਦਿੱਤਾ। ਟੱਕਰ ਨਾਲ SUV ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਫਾਇਰ ਫਾਈਟਰਸ ਨੇ ਅੱਗ ਉੱਤੇ ਕਾਬੂ ਪਾ ਲਿਆ ਸੀ। ਮੌਂਟਰੀਅਲ ਪੁਲਿਸ ਨੇ ਦੱਸਿਆ ਕਿ ਫਿਰ ਗੱਡੀ ਦੇ ਅੰਦਰ ਉਹਦੀ ਮ੍ਰਿਤਕ ਦੇਹ ਮਿਲੀ ਗਈ ਸੀ। ਟੱਕਰ ਦੇ ਸਮੇਂ ਉਹਦੇ ਇਲਾਵਾ ਹੋਰ ਕੋਈ ਨਹੀਂ ਸੀ। ਮੌਂਟਰੀਅਲ ਪੁਲਿਸ ਦੇ ਬੁਲਾਰੇ ਜੀਨ ਪੀਰੇ ਨੇ ਕਿਹਾ, ਉੱਥੇ ਬਹੁਤ ਸਾਰੇ ਗਵਾਹ ਨਹੀਂ ਸਨ, ਇਸ ਲਈ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਡਰਾਈਵਰ ਨੇ ਉਸ ਵਾਹਨ ਦਾ ਕੰਟਰੋਲ ਕਿਵੇਂ ਗੁਆ ਦਿੱਤਾ। ਕੀ ਵਾਹਨ ਵਿੱਚ ਕੋਈ ਮਕੈਨੀਕਲ ਸਮੱਸਿਆ ਸੀ ਜਾਂ ਫਿਰ ਉਹ ਵਿਅਕਤੀ ਡਰਿੰਕ ਐਂਡ ਡਰਾਈਵ ਕਰ ਰਿਹਾ ਸੀ? ਯਕੀਨੀ ਤੌਰ ਉੱਤੇ ਇਸ ਮਾਮਲੇ ਦੀ ਜਾਂਚ ਕਰਨਾ ਹਲੇ ਜਾਰੀ ਰਹੇਗਾ। ਹਾਦਸੇ ਨੇ ਰੋਲੈਂਡ ਬੁਲੇਵਾਰਡ ਅਤੇ ਫੋਰਟਿਸ ਸਟਰੀਟ ਦੇ ਵਿਚਕਾਰ ਲੇਜ਼ਰ ਬੁਲੇਵਾਰਡ ਨੂੰ ਬੰਦ ਕਰਨ ਲਈ ਪ੍ਰੇਰਿਤ ਕਰ ਦਿੱਤਾ ਹੈ। ਉੱਥੇ ਨਾਰਥ ਓਨਟਾਰੀਓ ਵਿੱਚ ਹਾਊਸਿੰਗ ਦੀ ਦਿੱਕਤ ਹੁਣ ਵੱਧਦੀ ਜਾ ਰਹੀ ਹੈ। ਜੀ ਹਾਂ, ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਹਿਣ ਦੀ ਥਾਂ ਹੀ ਨਹੀਂ ਹੈ। ਉੱਥੇ ਹੀ ਇਸ ਸਮੇਂ ਵਿੱਚ ਗੁਰਦੁਆਰੇ ਵੱਲੋਂ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ 100 ਤੋਂ ਵੱਧ ਬੱਚਿਆਂ ਨੂੰ ਐਮਰਜੈਂਸੀ ਰਿਹਾਇਸ਼ ਪ੍ਰਦਾਨ ਕੀਤੀ ਜਾ ਰਹੀ ਹੈ। ਨਾਰਥ ਮੌਂਟਰੀਅਲ ਵਿੱਚ ਸੋਮਵਾਰ ਸਵੇਰੇ ਇੱਕ ਵਿਅਕਤੀ ਦੀ ਆਪਣੀ ਗੱਡੀ ਇੱਕ ਦਰਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਮੌਂਟਰੀਅਲ ਪੁਲਿਸ ਨੇ ਦੱਸਿਆ ਹੈ ਕਿ ਰੌਕਲੈਂਡ ਅਤੇ ਲੇਜ਼ਰ ਬੁਲੇਵਾਰਡ ਦੇ ਨੇੜੇ ਸਵੇਰੇ 4:30 ਵਜੇ ਵਿਅਕਤੀ ਨੇ ਆਪਣੇ SUV ਦਾ ਕੰਟਰੋਲ ਗਵਾ ਦਿੱਤਾ। ਟੱਕਰ ਨਾਲ SUV ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਫਾਇਰ ਫਾਈਟਰਸ ਨੇ ਅੱਗ ਉੱਤੇ ਕਾਬੂ ਪਾ ਲਿਆ ਸੀ।
ਮੌਂਟਰੀਅਲ ਪੁਲਿਸ ਨੇ ਦੱਸਿਆ ਕਿ ਫਿਰ ਗੱਡੀ ਦੇ ਅੰਦਰ ਉਹਦੀ ਮ੍ਰਿਤਕ ਦੇਹ ਮਿਲੀ ਗਈ ਸੀ। ਟੱਕਰ ਦੇ ਸਮੇਂ ਉਹਦੇ ਇਲਾਵਾ ਹੋਰ ਕੋਈ ਨਹੀਂ ਸੀ। ਮੌਂਟਰੀਅਲ ਪੁਲਿਸ ਦੇ ਬੁਲਾਰੇ ਜੀਨ ਪੀਰੇ ਨੇ ਕਿਹਾ ਉੱਥੇ ਬਹੁਤ ਸਾਰੇ ਗਵਾਹ ਨਹੀਂ ਸਨ, ਇਸ ਲਈ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਡਰਾਈਵਰ ਨੇ ਉਸ ਵਾਹਨ ਦਾ ਕੰਟਰੋਲ ਕਿਵੇਂ ਗੁਆ ਦਿੱਤਾ। ਕੀ ਵਾਹਨ ਵਿੱਚ ਕੋਈ ਮਕੈਨੀਕਲ ਸਮੱਸਿਆ ਸੀ ਜਾਂ ਫਿਰ ਉਹ ਵਿਅਕਤੀ ਡਰਿੰਕ ਐਂਡ ਡਰਾਈਵ ਕਰ ਰਿਹਾ ਸੀ। ਯਕੀਨੀ ਤੌਰ ਉੱਤੇ ਇਸ ਮਾਮਲੇ ਦੀ ਜਾਂਚ ਕਰਨਾ ਹਲੇ ਜਾਰੀ ਰਹੇਗਾ। ਹਾਦਸੇ ਨੇ ਰੋਲੈਂਡ ਬੁਲੇਵਾਰਡ ਅਤੇ ਫੋਰਟਿਸ ਸਟਰੀਟ ਦੇ ਵਿਚਕਾਰ ਲੇਜ਼ਰ ਬੁਲੇਵਾਰਡ ਨੂੰ ਬੰਦ ਕਰਨ ਲਈ ਪ੍ਰੇਰਿਤ ਕਰ ਦਿੱਤਾ ਹੈ। ਉੱਥੇ ਹੀ ਓਨਟਾਰੀਓ ਵਿੱਚ ਰਹਿਣ ਵਾਲੀ ਇੱਕ ਮਾਂ ਵੱਲੋਂ ਆਪਣੇ ਸਿੱਖ ਬੱਚਿਆਂ ਲਈ ਮਲਟੀ ਸਪੋਰਟਸ ਹੈਲਮਟ ਡਿਜ਼ਾਈਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਖਿਆਲ ਉਹਨਾਂ ਦੇ ਦਿਮਾਗ ਵਿੱਚ ਉਦੋਂ ਆਇਆ ਜਦੋਂ ਆਪਣੇ ਬੱਚਿਆਂ ਲਈ ਹੈਲਮਟ ਲੱਭਣ ਮਾਰਕੀਟ ਵਿੱਚ ਗਈ ਤੇ ਪਤਾ ਲੱਗਿਆ ਕਿ ਸਿੱਖ ਬੱਚਿਆਂ ਦੀ ਸੇਫਟੀ ਲਈ ਕੋਈ ਹੈਲਮਟ ਅਜੇ ਤੱਕ ਬਣਿਆ ਹੀ ਨਹੀਂ। ਕੈਨੇਡਾ ਵਿੱਚ ਇੱਕ ਭਾਰਤੀ ਮੂਲ ਦੀ ਮਾਂ ਨੇ ਸਿੱਖ ਬੱਚਿਆਂ ਲਈ ਸੁਰੱਖਿਆ ਪ੍ਰਮਾਣਿਤ ਮਲਟੀ ਸਪੋਰਟ ਹੈਲਮਟ ਤਿਆਰ ਕੀਤਾ ਹੈ। ਟੀਨਾ ਸਿੰਘ ਪਿਛਲੇ 2 ਸਾਲਾਂ ਤੋਂ ਇਸ ਮਾਡਲ ਉੱਤੇ ਕੰਮ ਕਰ ਰਹੀ ਹੈ ਅਤੇ ਹੁਣ ਇਹ ਉਤਪਾਦਨ ਵਿੱਚ ਹੈ ਅਤੇ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਸਾਈਕਲਿੰਗ, ਇਨਲਾਈਨ ਸਕੇਟ, ਕਿਕ ਸਕੂਟਰ ਅਤੇ ਸਕੇਟਬੋਰਡਿੰਗ ਨਾਲ ਵਰਤੋਂ ਲਈ ਪ੍ਰਮਾਣਿਤ ਹੈ। ਓਨਟਾਰੀਓ ਵਿੱਚ ਰਹਿਣ ਵਾਲੀ ਟੀਨਾ ਸਿੰਘ ਨੇ ਆਪਣੇ ਵਰਗੇ ਸਿੱਖ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਹਿਲਾ ਸੁਰੱਖਿਆ ਪ੍ਰਮਾਣਿਤ ਮਲਟੀ ਸਪੋਰਟ ਹੈਲਮਟ ਡਿਜ਼ਾਈਨ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਡਲ ਨੂੰ ਉਸ ਸਮੇਂ ਡਿਜ਼ਾਈਨ ਕੀਤਾ ਗਿਆ ਸੀ ਜਦੋਂ ਉਸ ਨੂੰ ਆਪਣੇ ਪੁੱਤਰਾਂ ਦੀਆਂ ਪੱਗਾਂ ਦੇ ਅਨੁਕੂਲਣ ਲਈ ਮਾਰਕੀਟ ਵਿੱਚ ਕੋਈ ਹੈਲਮਟ ਨਹੀਂ ਮਿਲਿਆ। ਅਸਲ ਵਿੱਚ ਹੈਲਮਟ ਬੱਚੇ ਦੇ ਵਾਲਾਂ ਨੂੰ ਸਿਖਰ ਉੱਤੇ ਗੁੰਬਦ ਵਾਲੇ ਹਿੱਸੇ ਨਾਲ ਫਿੱਟ ਕਰਨ ਦੀ ਦੋਹਰੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਅਤੇ ਉਸੇ ਸਮੇਂ ਹੈਲਮਟ ਨੂੰ ਜਿਸ ਤਰ੍ਹਾਂ ਫਿੱਟ ਕਰਨਾ ਚਾਹੀਦਾ ਹੈ, ਯਾਨੀ ਕਿ ਪਰਵੱਟੇ ਦੇ ਉੱਪਰ ਦੇ ਉਂਗਲਾਂ ਦੀ ਖਾਲੀ ਥਾਂ ਅਤੇ ਕੰਨ ਦੇ ਦੁਆਲੇ ਵੀ ਆਕਾਰ ਬਣਾਉਣ ਲਈ। ਤੇ ਦਸੰਬਰ 2022 ਵਿੱਚ ਉਸ ਦੀ ਨਵੀਨਤਾ ਨੂੰ ਅੰਤਰਰਾਸ਼ਟਰੀ ਟੈਸਟਿੰਗ ਕੰਪਨੀ SGS ਤੋਂ ਪਾਸਿੰਗ ਗ੍ਰੇਡ ਵੀ ਪ੍ਰਾਪਤ ਹੋਇਆ ਸੀ। ਟੀਨਾ ਦਾ ਆਪਣੇ ਬੱਚਿਆਂ ਲਈ ਹੈਲਮਟ ਡਿਜ਼ਾਈਨ ਅਤੇ ਬਣਾਉਣ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਸਦੇ ਬੱਚਿਆਂ ਨੇ ਸਾਈਕਲ ਚਲਾਉਣਾ ਸਿੱਖਣਾ ਸ਼ੁਰੂ ਕੀਤਾ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਮਾਰਕੀਟ ਵਿੱਚ ਉਪਲਬਧ ਕੋਈ ਵੀ ਹੈਲਮਟ ਉਸਦੇ ਪੁੱਤਰਾਂ ਦੀਆਂ ਪੱਗਾਂ ਵਿੱਚ ਫਿੱਟ ਨਹੀਂ ਹੁੰਦਾ ਤੇ ਵਿਕਲਪ ਵਿੱਚ ਉਸ ਨੂੰ ਵੱਡੇ ਹੈਲਮਟ ਲੈਣੇ ਪਏ ਜੋ ਠੀਕ ਨਹੀਂ ਬੈਠਦੇ ਸਨ ਅਤੇ ਆਪਣੇ ਬੱਚਿਆਂ ਦੇ ਵਾਲਾਂ ਨੂੰ ਅਨੁਕੂਲਿਤ ਕਰਨ ਲਈ ਇੱਕ ਅੰਦਰੋਂ ਝੱਗ ਕੱਢ ਲੈਂਦੇ ਸਨ ਜਾਂ ਹੈਲਮਟ ਨੂੰ ਖੁਦ ਹੀ ਖੋਦ ਦਿੰਦੇ ਸਨ। ਦੋਵੇਂ ਵਿਕਲਪ ਜੋ ਬੱਚਿਆਂ ਦੀ ਸੁਰੱਖਿਆ ਨਾਲ ਸਮਝੌਤਾ ਕਰਦੇ ਸਨ। ਹਾਕੀ ਫॉर ਯੂਥ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੰਸਥਾਪਕ ਮੋਜ਼ੀਨ ਹਾਸ਼ਮ ਨੇ ਦੱਸਿਆ ਕਿ ਇਹ ਹੈਲਮਟ ਇੱਕ ਸੰਮਿਲਿਤ ਸਥਾਨ ਬਣਾਉਣ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਖੇਡਾਂ ਦੀ ਭਾਗੀਦਾਰੀ ਵਿੱਚ ਸ਼ਮੂਲੀਅਤ ਅਤੇ ਵਿਭਿੰਨਤਾ ਦਾ ਪ੍ਰਦਰਸ਼ਨ ਵੀ ਹੈ। ਜਿੱਥੋਂ ਤੱਕ ਉਸਦੇ ਬੱਚਿਆਂ ਨੂੰ ਹੈਲਮਟ ਪਹਿਨਦੇ ਹੋਏ ਦੇਖਣ ਲਈ ਉਹਨੇ ਆਪ ਮਿਹਨਤ ਕੀਤੀ ਹੈ। ਬੱਚਿਆਂ ਦੀ ਮਾਂ ਨੇ ਕਿਹਾ ਕਿ ਇਹ ਪਲ ਉਹਨਾਂ ਦੇ ਲਈ ਬਹੁਤ ਸੁੰਦਰ ਅਤੇ ਅਨੋਖਾ ਹੈ। ਉਹਨਾਂ ਨੇ ਜੋ ਕੁਝ ਵੀ ਕੀਤਾ ਆਪਣੇ ਬੱਚਿਆਂ ਲਈ ਤੇ ਅਸਲ ਵਿੱਚ ਇਸ ਦਾ ਲਾਭ ਪ੍ਰਾਪਤ ਕਰਦੇ ਹੋਏ ਦੇਖਣਾ ਉਹਦੇ ਲਈ ਹੈਰਾਨੀਜਨਕ ਹੈ। ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਯਾਨੀ ਹਰਸਿਮਰਤ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਜਾਣ ਤੋਂ ਪਹਿਲਾਂ ਇੱਕ ਰੁੱਖ ਹੈਡਲਾਈਨਸ ਤੇ। ਯੂਕਰੇਨ ਇੰਟਰਨੈਸ਼ਨਲ ਫਲਾਈਟ 752 ਦੇ ਕ੍ਰੈਸ਼ ਨੂੰ ਹੋਏ 3 ਸਾਲ ਉੱਤਰੀ ਵੈਨਕੂਵਰ ਵਿੱਚ 5000 ਤੋਂ ਵੱਧ ਲੋਕਾਂ ਨੇ ਕੱਢੀ ਰੈਲੀ। ਰੱਖਿਆ ਮੰਤਰੀ ਵੱਲੋਂ ਵੱਡਾ ਐਲਾਨ, ਕੈਨੇਡਾ ਖਰੀਦ ਰਿਹਾ F-35 ਲੜਾਕੂ ਜਹਾਜ਼। PNP ਦੀ ਅਰਜ਼ੀ ਦੇਣ ਲਈ ਸੱਦੇ ਹੋਏ ਪੇਸ਼ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਕੀਤੇ ਜਾਰੀ। ਮੌਂਟਰੀਅਲ ਵਿੱਚ ਭਿਆਨਕ ਹਾਦਸੇ ਕਾਰਨ ਇੱਕ ਦੀ ਹੋਈ ਮੌਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ। ਗੁਰਦੁਆਰੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੀਤੀ ਗਈ ਮਦਦ, 100 ਤੋਂ ਵੱਧ ਵਿਦਿਆਰਥੀਆਂ ਨੂੰ ਐਮਰਜੈਂਸੀ ਰਿਹਾਇਸ਼ ਕੀਤਾ ਪ੍ਰਦਾਨ।